ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਕੱਲ੍ਹ ਆਪਾਂ ਪੜ੍ਹਿਆ ਸੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮੀਨਿੰਗ ਕੀ ਆ, ਫੰਡ ਬੇਸਡ ਅਕਾਊਂਟਿੰਗ ਕੀ ਆ, ਨੋਨ ਫੰਡ ਬੇਸਡ ਅਕਾਊਂਟਿੰਗ ਕੀ ਆ, ਅਤੇ ਕਿਹੜੀਆਂ ਬੁੱਕਸ ਜਿਹੜੀਆਂ ਨੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀਆਂ ਉਹ ਬਣਾਈਆਂ ਜਾਂਦੀਆਂ। ਬੱਚਿਓ ਅੱਜ ਜਿਹੜੀ ਪਹਿਲੀ ਬੁੱਕ ਜਿਹੜੀ ਆਪਾਂ ਬਣਾਉਂਦੇ ਆ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ, ਜੋ ਕਿ ਰਿਸਿਪਟ ਐਂਡ ਪੇਮੈਂਟ ਦੇ ਨਾਮ ਤੋਂ ਆਪਾਂ ਜਾਣਦੇ ਹਾਂ। ਰਿਸਿਪਟ ਐਂਡ ਪੇਮੈਂਟ ਅਕਾਊਂਟ ਜਿਹੜਾ ਵਾ ਇਹ ਪਹਿਲਾ ਅਕਾਊਂਟ ਆ ਜੋ ਕਿ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਬਣਾਇਆ ਜਾਂਦਾ ਵਾ, ਅਤੇ ਬੜਾ ਈਜ਼ੀ ਆ। ਜੇ ਤੁਸੀਂ ਯਾਦ ਕਰੋ ਕਿ ਤੁਸੀਂ +1 ਦੇ ਵਿੱਚ ਕੈਸ਼ ਬੁੱਕ ਬਣਾਉਣੀ ਸਿੱਖੀ ਸੀ, ਸਿੰਗਲ ਡਬਲ ਕੋਲਮ, ਟ੍ਰਿਪਲ ਕੋਲਮ, ਪੈਟੀ ਕੈਸ਼ ਬੁੱਕ ਤੁਸੀਂ ਬਣਾਉਣਾ ਸਿੱਖੀ ਸੀ। ਤੁਸੀਂ ਇੱਕ ਚੈਪਟਰ ਬੜਾ ਵਧੀਆ ਤਰੀਕੇ ਨਾਲ ਕੀਤਾ ਸੀ। ਬਿਲਕੁਲ ਜੇ ਆਪਾਂ ਕਹਿ ਦਈਏ ਜਿਹੜਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਆ, ਇਹ ਜੇ ਆਪਾਂ ਕਹਿ ਦਈਏ ਤਾਂ ਬਿਲਕੁਲ ਡੁਪਲੀਕੇਟ ਕਾਪੀ ਹੈਗੀ ਆ ਕਿਹਦੀ, ਕੈਸ਼ ਬੁੱਕ ਦੀ। ਦੇਖੋ ਉਹਨੇ ਲਿਖਿਆ ਵਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਇਜ਼ ਅ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਰੂਲ ਆਪਾਂ +1 ਦੇ ਵਿੱਚ ਪੜ੍ਹਿਆ ਸੀ। ਕੀ ਸੀ ਰੀਅਲ ਅਕਾਊਂਟ ਦਾ ਰੂਲ? ਆਪਾਂ 3 ਰੂਲ ਪੜ੍ਹੇ ਸੀ। ਇੱਕ ਪਰਸਨਲ ਅਕਾਊਂਟ ਸੀ, ਇੱਕ ਰੀਅਲ ਅਕਾਊਂਟ ਸੀ, ਇੱਕ ਨੋਮੀਨਲ ਅਕਾਊਂਟ ਸੀ। ਹੁਣ ਆਪਾਂ ਜਿਹੜਾ ਰੀਅਲ ਅਕਾਊਂਟ ਸੀ, ਜਿਹੜਾ ਪਰਸਨਲ ਅਕਾਊਂਟ ਆ ਉਹਨੂੰ ਆਪਾਂ ਲੈ ਕੇ ਰਿਲੇਟ ਕਰਕੇ ਚੱਲਦੇ ਹਾਂ ਬੈਂਕ ਅਕਾਊਂਟ ਦੇ ਨਾਲ, ਕਿਸੇ ਪਰਸਨ ਦੇ ਨਾਲ, ਕਿਸੇ ਪਰਸਨ ਦੇ ਨਾਮ ਦੇ ਨਾਲ, ਉਹਨੂੰ ਆਪਾਂ ਪਰਸਨਲ ਅਕਾਊਂਟ ਜਿਹੜਾ ਉਹ ਕਹਿੰਦੇ ਆ, ਜਿਹਦਾ ਰੂਲ ਕੀ ਆ, ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਦੂਸਰਾ ਅਕਾਊਂਟ ਆਪਾਂ ਉਦੋਂ ਪੜ੍ਹਿਆ ਸੀ ਰੀਅਲ ਅਕਾਊਂਟ। ਕਿਹੜਾ ਸੀ ਰੀਅਲ ਅਕਾਊਂਟ? ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। ਜੇ ਆਪਾਂ ਸਿੱਧੇ ਤੌਰ 'ਤੇ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਵੀ ਰੀਅਲ ਅਕਾਊਂਟ ਉਹ ਆ ਜੋ ਕਿ ਐਸਟਸ ਦੇ ਨਾਲ ਜਿਹੜਾ ਵਾ ਉਹ ਰਿਲੇਟਿਡ ਹੈਗਾ ਵਾ। ਉਸ ਤੋਂ ਬਾਅਦ ਆਪਾਂ ਤੀਸਰਾ ਜਿਹੜਾ ਰੂਲ ਪੜ੍ਹਿਆ ਸੀ ਉਹ ਹੈਗਾ ਸੀ ਨੋਮੀਨਲ ਅਕਾਊਂਟ ਦਾ। ਨੋਮੀਨਲ ਅਕਾਊਂਟ ਦਾ ਮਤਲਬ ਹੈਗਾ ਵਾ ਜੇ ਆਪਾਂ ਸਿੱਧੇ ਤੌਰ 'ਤੇ ਵੇਖੀਏ ਪ੍ਰੋਫਿਟ ਐਂਡ ਲੋਸ ਨਾਲ ਰਿਲੇਟਿਡ, ਅਤੇ ਜੇ ਪ੍ਰੋਫਿਟ ਐਂਡ ਲੋਸ ਨਾਲ ਰਿਲੇਟਿਡ ਕਰਦੇ ਆ ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਖਰਚਿਆਂ ਦਾ ਅਤੇ ਇਨਕਮ ਦਾ ਅਕਾਊਂਟ। ਆਪਾਂ ਇੱਥੇ ਪੜ੍ਹਾਂਗੇ ਰਿਸਿਪਟ ਐਂਡ ਪੇਮੈਂਟ ਅਕਾਊਂਟ, ਜਿਹਦਾ ਨਾਂ ਹੈਗਾ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਮਤਲਬ ਕੀ ਆ? ਡੈਬਿਟ ਵਟ ਕਮਸ ਇਨ ਅਤੇ ਕ੍ਰੈਡਿਟ ਵਟ ਗੋਜ਼ ਆਊਟ। ਤੁਸੀਂ ਜਦੋਂ ਕੈਸ਼ ਬੁੱਕ ਬਣਾਈ ਸੀ ਅਤੇ ਕੈਸ਼ ਬੁੱਕ ਦੇ ਡੈਬਿਟ ਸਾਈਡ 'ਤੇ ਹਮੇਸ਼ਾ ਤੁਸੀਂ ਕੀ ਕਰਦੇ ਸੀ? ਜੋ ਕੁਝ ਤੁਹਾਡੇ ਕੋਲ ਆ ਰਿਹਾ ਵਾ ਉਹਨੂੰ ਡੈਬਿਟ ਸਾਈਡ 'ਤੇ ਪਾਉਂਦੇ ਸੀ, ਜੋ ਕੁਝ ਤੁਹਾਡੇ ਕੋਲ ਜਾ ਰਿਹਾ ਵਾ ਉਹਨੂੰ ਤੁਸੀਂ ਕਿੱਥੇ ਪਾਉਂਦੇ ਸੀ? ਕ੍ਰੈਡਿਟ ਸਾਈਡ 'ਤੇ। ਅਤੇ ਇਹ ਜਿਹੜਾ ਤੁਹਾਡਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਆ ਬਿਲਕੁਲ ਉਸੇ ਤਰੀਕੇ ਨਾਲ ਹੀ ਬਣਦਾ ਵਾ। ਦੇਖੋ ਉਹਨੇ ਲਿਖਿਆ ਵਾ ਇਟ ਇਜ਼ ਸਮਰੀ ਆਫ ਕੈਸ਼ ਟ੍ਰਾਂਜੈਕਸ਼ਨ ਫॉर ਪਰਟੀਕੂਲਰ ਪੀਰੀਅਡ। ਪਰਟੀਕੂਲਰ ਪੀਰੀਅਡ ਦਾ ਮਤਲਬ ਹੈਗਾ ਜਿਸ ਸਾਲ ਦੇ ਵਾਸਤੇ ਆਪਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹਾਂ। ਕਹਿੰਦਾ ਇਹਦੀਆਂ 2 ਸਾਈਡਸ ਨੇ। ਇਟ ਹੈਜ਼ 2 ਸਾਈਡਸ। ਦ ਲੈਫਟ ਹੈਂਡ ਸਾਈਡ ਸ਼ੋ ਦਾ ਰਿਸਿਪਟ, ਜਿਸ ਤਰ੍ਹਾਂ ਕੈਸ਼ ਬੁੱਕ 'ਚ ਹੁੰਦਾ ਸੀ ਨਾ ਡੈਬਿਟ ਸਾਈਡ 'ਤੇ ਰਿਸਿਪਟ ਆਉਂਦਾ ਸੀ, ਉਸੇ ਤਰੀਕੇ ਨਾਲ ਇਹਦੀ ਡੈਬਿਟ ਸਾਈਡ 'ਤੇ ਰਿਸਿਪਟ ਆਉਂਦਾ ਵਾ। ਅਤੇ ਐਂਡ ਰਾਈਟ ਹੈਂਡ ਸਾਈਡ ਸ਼ੋ ਦਾ ਪੇਮੈਂਟ, ਅਤੇ ਜਿਹੜੀ ਰਾਈਟ ਹੈਂਡ ਸਾਈਡ ਉਹ ਕੀ ਸ਼ੋ ਕਰਦੀ ਆ? ਪੇਮੈਂਟ ਸਾਈਡ। ਦੀ ਅਕਾਊਂਟ ਸਟਾਰਟ ਵਿਦ ਓਪਨਿੰਗ ਕੈਸ਼ ਐਂਡ ਬੈਂਕ ਬੈਲੈਂਸ। ਤੁਸੀਂ ਕੈਸ਼ ਬੁੱਕ 'ਚ ਵੀ ਇਸ ਤਰ੍ਹਾਂ ਹੀ ਕਰਦੇ ਸੀ, ਟੂ ਬੈਲੈਂਸ ਬਰੋਡ ਆਨ, ਅਤੇ ਜਦੋਂ ਕੈਸ਼ ਬੁੱਕ ਖਤਮ ਕਰਦੇ ਸੀ ਉਦੋਂ ਲਿਖਦੇ ਸੀ ਬਾਏ ਬੈਲੈਂਸ ਕੈਰੀਡ ਆਨ। ਇਸੇ ਤਰੀਕੇ ਨਾਲ ਇਹਦੇ ਵਿੱਚ ਵੀ ਜਿਹੜਾ ਅਕਾਊਂਟ ਸਟਾਰਟ ਹੁੰਦਾ ਵਾ ਓਪਨਿੰਗ ਕੈਸ਼ ਤੋਂ ਜਾਂ ਬੈਂਕ ਬੈਲੈਂਸ ਤੋਂ ਸਟਾਰਟ ਹੋ ਸਕਦਾ ਵਾ, ਅਤੇ ਕਲੋਜ਼ਿੰਗ ਬੈਲੈਂਸ ਵੀ ਇਸੇ ਤਰੀਕੇ ਨਾਲ ਕਲੋਜ਼ਿੰਗ ਕੈਸ਼ ਅਤੇ ਬੈਂਕ ਬੈਲੈਂਸ ਦੇ ਨਾਲ ਖਤਮ ਹੁੰਦਾ। ਆਲ ਕੈਸ਼ ਰਿਸਿਪਟ ਐਂਡ ਪੇਮੈਂਟ ਆਰ ਰਿਕਾਰਡਡ ਇਰਰਿਸਪੈਕਟਿਵ ਆਫ ਫੈਕਟ ਵੈਦਰ ਦੇ ਆਰ ਕੈਪੀਟਲ ਔਰ ਰੈਵਨਿਊ ਨੇਚਰ। ਹੁਣ ਪੁੱਤ ਕੈਪੀਟਲ ਅਤੇ ਰੈਵਨਿਊ ਵਾਲਾ ਚੈਪਟਰ ਵੀ ਤੁਸੀਂ +1 'ਚ ਪੜ੍ਹਿਆ ਸੀ। ਕੈਪੀਟਲ ਦਾ ਮਤਲਬ ਹੈਗਾ ਜਿਹੜਾ ਲੌਂਗ ਟਰਮ ਸਾਨੂੰ ਬੈਨੀਫਿਟ ਦੇ ਕੇ ਜਾ ਰਹੀਆਂ ਚੀਜ਼ਾਂ, ਉਹਨਾਂ ਨੂੰ ਆਪਾਂ ਕੈਪੀਟਲ ਨੇਚਰ ਦੀਆਂ ਮੰਨ ਕੇ ਚੱਲਦੇ ਹਾਂ। ਜਿਸ ਤਰ੍ਹਾਂ ਕੋਈ ਲੌਂਗ ਟਰਮ ਲਾਇਬਿਲਿਟੀ ਆ ਜਾਂ ਲੌਂਗ ਟਰਮ ਕੋਈ ਆਪਾਂ ਐਸੈਟਸ ਖਰੀਦੀਆਂ, ਉਹ ਸਾਰੀਆਂ ਆਪਣੀਆਂ ਕੈਪੀਟਲ ਨੇਚਰ ਦੀਆਂ ਹੁੰਦੀਆਂ। ਅਤੇ ਰੈਵਨਿਊ ਦਾ ਮਤਲਬ ਹੁੰਦਾ ਜਿਹੜੀਆਂ ਕਿ ਵਿਦਇਨ 1 ਈਅਰ ਜਾਂ 1 ਸਾਲ ਵਾਸਤੇ ਆਪਾਂ ਕੋਈ ਵੀ ਐਕਸਪੈਂਸ ਕਰਦੇ ਹਾਂ, ਖਰਚੇ ਕਰਦੇ ਹਾਂ, ਕੋਈ ਚੀਜ਼ ਆਪਾਂ ਰਿਸੀਵ ਕਰਦੇ ਪਏ ਹਾਂ, ਪੇ ਕਰਦੇ ਪਏ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਰੈਵਨਿਊ ਨੇਚਰ ਦਾ ਕਹਿ ਕੇ ਚੱਲਦੇ। ਕਹਿੰਦੇ ਇਹਦੇ ਵਿੱਚ ਜਿਹੜੀ ਤੁਹਾਡਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਆ, ਇਹਦੇ ਵਿੱਚ ਹਰ ਤਰੀਕੇ ਦੀ ਰਿਸਿਪਟ ਅਤੇ ਹਰ ਤਰੀਕੇ ਦੀ ਪੇਮੈਂਟ ਆ ਜਾਂਦੀ, ਭਾਵੇਂ ਉਹ ਕੈਪੀਟਲ ਨੇਚਰ ਦੀ ਹੋਵੇ, ਭਾਵੇਂ ਉਹ ਰੈਵਨਿਊ ਨੇਚਰ ਦੀ ਹੋਵੇ, ਭਾਵੇਂ ਉਹ ਕਰੰਟ ਪੀਰੀਅਡ ਨਾਲ ਰਿਲੇਟ ਹੈਗੀ ਆ, ਭਾਵੇਂ ਨਹੀਂ ਹੈਗੀ। ਮੰਨ ਲਓ ਕਿ ਕੋਈ ਜਿਸ ਤਰ੍ਹਾਂ ਮੰਨ ਲਓ ਆਪਾਂ ਸਾਲ ਸ਼ੁਰੂ ਕਰਦੇ ਹਾਂ 1 ਅਪ੍ਰੈਲ ਤੋਂ 31 ਮਾਰਚ ਨੂੰ ਖ਼ਤਮ ਕਰਦੇ ਹਾਂ। ਮੰਨ ਲਓ ਆਪਾਂ ਗੱਲ ਕਰਦੇ ਹਾਂ 1 ਅਪ੍ਰੈਲ 2020 ਤੋਂ ਲੈ ਕੇ 31 ਮਾਰਚ 2021 ਤੱਕ ਦਾ ਸਾਲ ਆ। ਹੁਣ ਜੇਕਰ ਇਸ ਸਾਲ ਦੇ ਵਿੱਚ ਮੈਂ 2 ਅਪ੍ਰੈਲ ਤੋਂ ਲੈ ਕੇ ਅਤੇ 30 ਮਾਰਚ ਦੇ ਵਿੱਚ ਕੋਈ ਵੀ ਚੀਜ਼ ਰਿਕਾਰਡ ਕਰਦਾ, ਉਹ ਤਾਂ ਇਹਦੇ ਵਿੱਚ ਆਏਗੀ। ਮੰਨ ਲਓ ਜੇ ਕੋਈ ਐਸੀ ਚੀਜ਼ ਹੈਗੀ ਜੋ ਕਿ 2020 ਜਨਵਰੀ ਨਾਲ ਰਿਲੇਟਿਡ ਆ,
2019 जनवरी ਨਾਲ ਰਿਲੇਟਡ ਆ ਜਾਂ 2022 ਦੇ ਨਾਲ ਰਿਲੇਟਡ ਆ, ਉਹ ਵੀ ਚੀਜ਼ ਇਹਦੇ ਵਿੱਚ ਜਿਹੜੀ ਆ ਰਿਕਾਰਡ ਹੋ ਸਕਦੀ। ਇਹਦੇ ਵਿੱਚ ਸਮੇਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਆ, ਬਟ ਇਹ ਆ ਕਿ ਜਿਸ ਸਾਲ ਵੀ ਚੀਜ਼ ਇੱਥੇ ਰਿਕਾਰਡ ਹੋ ਗਈ, ਜਿਸ ਤਰ੍ਹਾਂ ਮੰਨ ਲਓ ਅਗਲੇ ਸਾਲ ਦੀ ਇਸ ਸਾਲ ਰਿਸੀਵ ਕਰ ਲੈਣੀ ਐਡਵਾਂਸ 'ਚ, ਉਹ ਵੀ ਇੱਥੇ ਆ ਸਕਦੀ ਆ। ਜੇਕਰ ਪਿਛਲੇ ਸਾਲ ਦੀ ਆਪਾਂ ਨਹੀਂ ਸੀ ਰਿਸੀਵ ਕਰ ਸਕੇ, ਇਸ ਸਾਲ ਕਰਦੇ, ਉਹ ਵੀ ਇੱਥੇ ਜਿਹੜੀ ਆ ਉਹ ਆ ਸਕਦੀ ਹੈ। ਇਹਨੂੰ ਟਾਈਮ ਦੇ ਨਾਲ ਕੋਈ ਵੀ ਚੀਜ਼ ਲੈਣ ਦੇਣ ਨਹੀਂ ਆ, ਮਗਰ ਐਕਚੁਅਲ 'ਚ ਜਦੋਂ ਰਿਸੀਵ ਹੋਏਗੀ, ਜੇ ਇਸ ਸਾਲ 'ਚ ਰਿਸੀਵ ਹੁੰਦੀ ਤਾਂ ਇੱਥੇ ਆ ਜਾਏਗੀ, ਭਾਵੇਂ ਜਿਹੜੇ ਮਰਜ਼ੀ ਸਾਲ ਦੇ ਨਾਲ ਉਹ ਚੀਜ਼ ਜਿਹੜੀ ਆ ਰਿਕਾਰਡ ਰਿਲੇਟ ਹੋਵੇ। ਉਸ ਤੋਂ ਬਾਅਦ ਬਹੁਤ ਆਪਾਂ ਵੇਖੋ, ਆਪਾਂ ਪੜ੍ਹਦੇ ਹਾਂ ਫੀਚਰਸ ਆਫ ਰਿਸਿਪਟ ਐਂਡ ਪੇਮੈਂਟ ਅਕਾਊਂਟ। ਫੀਚਰਸ ਦਾ ਮਤਲਬ ਕਿ ਕੀ ਖਾਸੀਅਤ ਆ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ, ਕਿ ਇਹਦੇ ਵਿੱਚ ਜੇ ਆਪਾਂ ਕਹਿੰਦੇ ਹਾਂ ਵੀ ਕੈਸ਼ ਬੁੱਕ ਦੇ ਨਾਲ ਮਿਲਦਾ ਜੁਲਦਾ ਵਾ, ਤੇ ਇਹਦੇ ਵਿੱਚ ਫਿਰ ਕੁਝ ਫੀਚਰਸ ਜਿਹੜੇ ਨੇ ਕੈਸ਼ ਬੁੱਕ ਦੇ ਨਾਲ ਮਿਲਦੇ ਹੋਣਗੇ। ਇਹਦਾ ਸਭ ਤੋਂ ਪਹਿਲਾ ਫੀਚਰ ਕੀ ਆ, ਰੀਅਲ ਅਕਾਊਂਟ, ਕਿ ਜਿਹੜਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਆ ਉਹ ਇੱਕ ਤਰ੍ਹਾਂ ਦਾ ਕੀ ਆ, ਰੀਅਲ ਅਕਾਊਂਟ, ਕਿਉਂਕਿ ਇਹਦੀ ਡੈਬਿਟ ਸਾਈਡ 'ਤੇ ਰਿਸਿਪਟ ਤੇ ਕ੍ਰੈਡਿਟ ਸਾਈਡ 'ਤੇ ਕੀ ਆਉਂਦਾ ਵਾ, ਪੇਮੈਂਟ ਆਉਂਦੀ ਹੈ। ਕਹਿੰਦਾ ਇਟ ਸਟਾਰਟ ਵਿਦ ਓਪਨਿੰਗ ਕੈਸ਼ ਐਂਡ ਬੈਂਕ ਬੈਲੈਂਸ ਐਂਡ ਕਲੋਜ਼ਿਸ ਵਿਦ ਕਲੋਜ਼ਿੰਗ ਕੈਸ਼ ਐਂਡ ਬੈਂਕ ਬੈਲੈਂਸ। ਕਿ ਇਹ ਸਟਾਰਟ ਕਿਹਦੇ ਨਾਲ ਹੁੰਦਾ ਵਾ, ਓਪਨਿੰਗ ਕੈਸ਼ ਦੇ ਨਾਲ ਤੇ ਬੈਂਕ ਬੈਲੈਂਸ ਦੇ ਨਾਲ, ਤੇ ਕਲੋਜ਼ ਵੀ ਉਸੇ ਤਰੀਕੇ ਨਾਲ ਬਾਏ ਬੈਲੈਂਸ। ਜੇ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹੋ, ਵੈਸੇ ਪੇਪਰ ਦੇ ਵਿੱਚ ਤੁਹਾਨੂੰ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਣਿਆ ਆਏਗਾ ਜਿਸ ਤੋਂ ਤੁਸੀਂ ਸਮ ਕਰਨਾ ਇਨਕਮ ਐਂਡ ਐਕਸਪੈਂਡੀਚਰ, ਮਗਰ ਆਪਾਂ ਨੂੰ ਪਤਾ ਹੋਣਾ ਜਿੱਦਾਂ ਵੀ ਰਿਸਿਪਟ ਐਂਡ ਪੇਮੈਂਟ ਅਕਾਊਂਟ ਦਾ ਓਪਨਿੰਗ ਬੈਲੈਂਸ ਵੀ ਹੈਗਾ ਵਾ ਤੇ ਕਲੋਜ਼ਿੰਗ ਬੈਲੈਂਸ ਵੀ ਹੈਗਾ। ਟੂ ਬੈਲੈਂਸ ਬਰੋਡ ਡਾਊਨ ਲਿਖਾਂਗੇ ਆਪਾਂ, ਤੇ ਇੱਕ ਕੈਸ਼ ਲਿਖ ਦਾਂਗੇ, ਤੇ ਨਾਲ ਕੀ ਲਿਖ ਦਾਂਗੇ ਆਪਾਂ, ਬੈਂਕ। ਤੇ ਉਸੇ ਤਰੀਕੇ ਨਾਲ ਬਾਏ ਬੈਲੈਂਸ ਕੈਰੀ ਡਾਊਨ ਲਿਖਾਂਗੇ, ਕੈਸ਼ ਵੀ ਲਿਖ ਦਾਂਗੇ, ਤੇ ਨਾਲ ਕੀ ਲਿਖ ਦਾਂਗੇ ਆਪਾਂ, ਬੈਂਕ। ਆਪਾਂ ਅੱਗੇ ਜਾ ਕੇ ਸਾਰਾ ਕੁਝ ਪੁੱਤ ਕਰਾਂਗੇ, ਸਭ ਕੁਝ ਤੁਹਾਨੂੰ ਸਮਝ ਲੱਗੇਗਾ ਹੌਲੀ ਹੌਲੀ। ਇਟ ਰਿਕਾਰਡ ਆਲ ਰਿਸਿਪਟ ਔਨ ਡੈਬਿਟ ਸਾਈਡ, ਜਿੰਨੀਆਂ ਵੀ ਰਿਸਿਪਟ ਜੋ ਵੀ ਚੀਜ਼ਾਂ ਰਿਸੀਵ ਕਰਾਂਗੇ, ਕਿਸੇ ਕੋਲ ਕੋਈ ਪੈਸਾ ਰਿਸੀਵ ਕਰਦੇ ਪਏ ਆ, ਡੋਨੇਸ਼ਨ ਕਰਦੇ ਪਏ ਆ, ਕੋਈ ਸੇਲ ਕਰਦੇ ਪਏ ਆ, ਸਾਰਾ ਕੁਝ ਕਿਹੜੀ ਸਾਈਡ 'ਤੇ ਆਏਗਾ, ਤੁਹਾਡਾ ਡੈਬਿਟ ਸਾਈਡ 'ਤੇ। ਤੇ ਜਿੰਨੀਆਂ ਵੀ ਪੇਮੈਂਟ, ਕੋਈ ਆਪਾਂ ਐਸਟ ਖਰੀਦਦੇ ਪਏ ਆ, ਕੋਈ ਆਪਾਂ ਪੇਮੈਂਟ ਕਰਦੇ ਪਏ ਆ, ਕੋਈ ਮੰਨ ਲਓ ਆਪਾਂ ਐਕਸਪੈਂਸ ਪੇ ਕਰਦੇ ਪਏ, ਕੋਈ ਪ੍ਰਿੰਟਿੰਗ ਦਾ, ਸਟੇਸ਼ਨਰੀ ਦਾ, ਉਹ ਸਾਰੀਆਂ ਚੀਜ਼ਾਂ ਕਿੱਥੇ ਆਣਗੀਆਂ, ਤੁਹਾਡੀਆਂ ਸਾਰੀਆਂ ਕ੍ਰੈਡਿਟ ਸਾਈਡ 'ਤੇ। ਇਟ ਰਿਕਾਰਡ ਆਲ ਕੈਸ਼ ਰਿਸਿਪਟ ਐਂਡ ਪੇਮੈਂਟ ਵੈਦਰ ਕੈਪੀਟਲ ਨੇਚਰ ਔਰ ਰੈਵਨਿਊ ਨੇਚਰ, ਭਾਵੇਂ ਉਹ ਕੈਪੀਟਲ ਨੇਚਰ ਦਾ ਹੋਵੇ ਭਾਵੇਂ ਰੈਵਨਿਊ ਨੇਚਰ ਦਾ ਹੋਵੇ, ਇਹਨਾਂ ਨੂੰ ਕੋਈ ਵੀ ਲੈਣਾ ਦੇਣਾ ਨਹੀਂ ਆ। ਹੁਣ ਜਿਹੜੀ ਬਿਲਡਿੰਗ ਆ ਤੇ ਉਹ ਤਾਂ ਲੌਂਗ ਟਰਮ ਵਾਸਤੇ ਯੂਜ਼ ਕਰਦੇ, ਉਹਨੂੰ ਕੈਪੀਟਲ ਖਰਚਾ ਕਹਿ ਸਕਦੇ ਆ, ਉਹ ਇੱਥੇ ਆ ਸਕਦੀ ਹੈ। ਜੇ ਆਪਾਂ ਕੋਈ ਲਾਇਬ੍ਰੇਰੀ ਬਣਾਉਣੀ ਆ, ਉਹ ਜਾਂ ਉਹਨਾਂ ਵਾਸਤੇ ਟੇਬਲਸ ਵਗੈਰਾ ਆਪਾਂ ਲੈ ਕੇ ਚੱਲਦੇ ਪਏ ਆ, ਜਾਂ ਕੁਝ ਵੀ ਆ, ਜੇ ਆਪਾਂ ਉਹਨਾਂ ਨੂੰ ਪਰਚੇਜ਼ ਕਰਦੇ, ਉਹ ਸਾਡੀ ਐਸਟ ਆ, ਉਹ ਆਪਾਂ ਪੇਮੈਂਟ ਸਾਈਡ ਤੋਂ ਤੇ ਸ਼ੋਅ ਕਰ ਸਕਦੇ ਆ, ਕਿਉਂਕਿ ਉਹ ਸਾਡੀ ਕਿਹੜੀ ਨੇਚਰ ਦੀ ਬਣਦੀ, ਕੈਪੀਟਲ, ਕਿ ਲੰਬੇ ਸਮੇਂ ਤੱਕ। ਹੁਣ ਰੈਵਨਿਊ ਦੇ ਵਿੱਚ ਕੋਈ ਪ੍ਰਿੰਟਿੰਗ ਸਟੇਸ਼ਨਰੀ ਦਾ ਖਰਚਾ ਪਾਤਾ, ਕੋਈ ਇਲੈਕਟ੍ਰਿਸਿਟੀ ਦਾ ਬਿੱਲ ਪਾਤਾ, ਉਹ ਸਾਰੀਆਂ ਚੀਜ਼ਾਂ ਕਿਹਦੇ ਨਾਲ ਰਿਲੇਟਡ ਹੈਗੀਆਂ, ਤੁਹਾਡੀਆਂ ਰੈਵਨਿਊ ਨੇਚਰ ਦੀਆਂ, ਤੇ ਉਹ ਵੀ ਆ ਸਕਦੀਆਂ। ਇਹਦੇ ਵਿੱਚ ਕੈਪੀਟਲ ਨੇਚਰ ਦੀ ਵੀ ਚੀਜ਼ ਆ ਸਕਦੀ ਆ, ਰੈਵਨਿਊ ਨੇਚਰ ਦੀ ਵੀ ਚੀਜ਼ ਆ ਸਕਦੀ ਆ, ਕਿਉਂਕਿ ਇੱਕ ਤਰ੍ਹਾਂ ਦਾ ਇਹ ਕੀ ਹੈਗਾ ਤੁਹਾਡਾ ਰੀਅਲ ਅਕਾਊਂਟ। ਕਹਿੰਦਾ ਇਟ ਰਿਕਾਰਡ ਆਲ ਕੈਸ਼ ਰਿਸਿਪਟਸ ਐਂਡ ਪੇਮੈਂਟ ਵੈਦਰ ਬਿਲੋਂਗਿੰਗ ਟੂ ਕਰੰਟ ਈਅਰ, ਪ੍ਰੀਵੀਅਸ ਈਅਰ ਔਰ ਨੈਕਸਟ ਈਅਰ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਕਿ ਪੈਸਾ ਜਿਹੜਾ ਆ ਰਿਹਾ ਉਹ ਕਿਸ ਸਾਲ ਦੇ ਨਾਲ ਰਿਲੇਟਡ ਆ, ਜਿਹੜੇ ਮਰਜ਼ੀ ਸਾਲ ਦੇ ਨਾਲ ਰਿਲੇਟਡ ਹੋਵੇ, ਤੁਸੀਂ ਇਹਨੂੰ ਇੱਥੇ ਲੈ ਕੇ ਜਿਹੜਾ ਉਹ ਚੱਲ ਸਕਦੇ ਹੋ, ਭਾਵੇਂ ਉਹ ਕਰੰਟ ਈਅਰ ਨਾਲ ਰਿਲੇਟਡ ਆ, ਭਾਵੇਂ ਪਿਛਲੇ ਸਾਲ ਨਹੀਂ ਰਿਸੀਵ ਕੀਤਾ ਇਸ ਸਾਲ ਰਿਸੀਵ ਕਰ ਲਿਆ, ਭਾਵੇਂ ਅਗਲੇ ਸਾਲ ਰਿਸੀਵ ਕਰਨਾ ਸੀ ਇਸੇ ਸਾਲ ਰਿਸੀਵ ਕਰ ਲਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚੋਂ ਆ ਸਕਦੀਆਂ। ਦਿਸ ਅਕਾਊਂਟ ਡਜ਼ ਨੋਟ ਸ਼ੋ ਨੈਟ ਇਨਕਮ ਔਰ ਨੈਟ ਲੋਸ, ਕਿਉਂਕਿ ਇਹ ਸਾਡਾ ਰੀਅਲ ਅਕਾਊਂਟ ਆ, ਨੋਮੀਨਲ ਅਕਾਊਂਟ ਨਹੀਂ ਗਾ। ਜਿਹੜਾ ਲੋਸ ਤੇ ਇਨਕਮ ਵਾਲਾ ਅਕਾਊਂਟ ਹੈਗਾ ਵਾ ਕਿਹੜਾ ਵਾ, ਨੋਮੀਨਲ। ਇੱਥੇ ਕੋਈ ਵੀ ਆਪਾਂ ਲੋਸ ਤੇ ਇਨਕਮ ਸ਼ੋ ਜਿਹੜੀ ਆ ਉਹ ਨਹੀਂ ਕਰ ਸਕਦੇ। ਇਟ ਇਜ਼ ਨੋਟ ਪੋਸੀਬਲ ਟੂ ਪ੍ਰਪੇਅਰ ਬੈਲੈਂਸ ਸ਼ੀਟ ਔਨ ਦਾ ਬੇਸਿਸ ਆਫ ਦਿਸ ਅਕਾਊਂਟ, ਉਹ ਤੇ ਕਿਉਂਕਿ ਰਿਸਿਪਟ ਐਂਡ ਪੇਮੈਂਟ ਅਕਾਊਂਟ ਇੱਕ ਤਾਂ ਦੀ ਕੈਸ਼ ਬੁੱਕ ਆ, ਤੇ ਆਪਾਂ ਪੜ੍ਹਿਆ ਵਾ ਵੀ ਕੈਸ਼ ਬੁੱਕ ਦੇ ਬੇਸ ਤੇ ਆਪਾਂ ਸਿੱਧੀ ਬੈਲੈਂਸ ਸ਼ੀਟ ਨਹੀਂ ਬਣਾ ਸਕਦੇ। ਆਪਾਂ ਜਦੋਂ ਮੈਨੂਫੈਕਚਰਿੰਗ ਕੰਸਰਨਸ ਜਾਂ ਟ੍ਰੇਡਿੰਗ ਕੰਸਰਨ ਨਾਲ ਰਿਲੇਟਡ ਪੜ੍ਹਿਆ ਸੀ, ਤੇ ਆਪਾਂ ਜਰਨਲ ਲੈਜਰ ਕੈਸ਼ ਬੁੱਕ ਤੋਂ ਬਾਅਦ ਟਰਾਇਲ ਬੈਲੈਂਸ ਬਣਾਉਂਦੇ ਸੀ, ਟਰਾਇਲ ਬੈਲੈਂਸ ਤੋਂ ਬਾਅਦ ਫਿਰ ਆਪਾਂ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲੋਸ ਤੇ ਫੇਰ ਬੈਲੈਂਸ ਸ਼ੀਟ ਬਣਦੀ ਸੀ। ਤੇ ਰਿਸਿਪਟ ਐਂਡ ਪੇਮੈਂਟ ਅਕਾਊਂਟ ਜਿਸ ਤਰ੍ਹਾਂ ਕੈਸ਼ ਬੁੱਕ ਕੰਪਲੀਟ ਨਹੀਂ ਹੈਗੀ, ਜਿਹਦੇ ਬੇਸ ਤੇ ਆਪਾਂ ਇਕੱਲਾ ਟ੍ਰੇਡਿੰਗ ਅਕਾਊਂਟ ਬਣਾ ਲਈਏ, ਪ੍ਰੋਫਿਟ ਐਂਡ ਲੋਸ ਬਣਾ ਲਈਏ ਜਾਂ ਬੈਲੈਂਸ ਸ਼ੀਟ ਬਣਾ ਲਈਏ, ਉਸੇ ਤਰੀਕੇ ਨਾਲ ਇਹ ਇੱਕ ਕੰਪਲੀਟ ਇਹਦੇ ਬੇਸ ਤੇ ਆਪਾਂ ਬੈਲੈਂਸ ਸ਼ੀਟ ਜਿਹੜੀ ਆ ਉਹ ਨਹੀਂ ਬਣਾ ਸਕਦੇ, ਕਿਉਂਕਿ ਉਹਦੇ ਵਾਸਤੇ ਸਾਨੂੰ ਜਿਸ ਤਰ੍ਹਾਂ ਉੱਥੇ ਪ੍ਰੋਫਿਟ ਐਂਡ ਲੋਸ ਚਾਹੀਦਾ, ਇੱਥੇ ਵੀ ਸਰਪਲਸ, ਡੈਫੀਸਿਟ, ਖਰਚੇ ਸਾਰਿਆਂ ਦਾ ਲੈਣ ਦੇਣ ਕਰਕੇ ਫੇਰ ਹੀ ਆਪਾਂ ਉਸ ਚੀਜ਼ ਤੱਕ ਪਹੁੰਚ ਸਕਦੇ। ਇਸ ਕਰਕੇ ਆਪਾਂ ਕਹਿੰਦੇ ਵੀ ਇਹਦੇ ਵਾਸਤੇ ਪੋਸੀਬਲ ਨਹੀਂ ਹੈਗਾ ਕਿ ਬੈਲੈਂਸ ਸ਼ੀਟ ਦੇ ਬੇਸ ਤੇ ਜਿਹੜੀ ਆ ਉਹ ਬਣਾਈ ਜਾ ਸਕੇ। ਕੈਸ਼ ਐਂਡ ਬੈਂਕ ਆਈਟਮ ਆਰ ਮਰਜ ਇਨ ਵਨ ਕਾਲਮ,
ਡੈਟ ਮੀਨਸ ਰਿਸਿਪਟ ਇਨ ਕੈਸ਼ ਐਜ਼ ਵੈਲ ਐਜ਼ ਚੈੱਕ ਆਰ ਐਂਟਰਡ ਇਨ ਵਨ ਕੋਲਮ। ਆਪਾਂ ਉੱਥੇ ਕੀ ਕਰਦੇ ਸੀ, ਕੈਸ਼ ਦਾ ਕੋਲਮ ਅਲੱਗ ਬਣਾਉਂਦੇ ਸੀ, ਡਿਸਕਾਊਂਟ ਦਾ ਅਲੱਗ ਬਣਾਉਂਦੇ ਸੀ, ਬੈਂਕ ਦਾ ਅਲੱਗ ਬਣਾਉਂਦੇ ਸੀ। ਇੱਥੇ ਅਲੱਗ ਬਣਾਉਣ ਦੀ ਲੋੜ ਨਹੀਂ ਆ, ਜੋ ਕੁਝ ਵੀ ਆ ਰਿਹਾ ਵਾ, ਜਿਸ ਤਰ੍ਹਾਂ ਵੀ ਆ ਰਿਹਾ ਵਾ, ਉਹਨੂੰ ਸਾਰਾ ਜੇਕਰ ਰਿਸੀਵ ਕਰਦੇ ਪਏ ਉਹਨੂੰ ਡੈਬਿਟ ਸਾਈਡ ਤੇ ਪਾ ਲਓ। ਜੋ ਕੁਝ ਵੀ ਆਪਾਂ ਪੇ ਕਰਦੇ ਪਏ, ਜਿਸ ਤਰ੍ਹਾਂ ਵੀ ਪੇ ਕਰਦੇ ਪਏ ਆ, ਕੈਸ਼ ਆ, ਬੈਂਕ ਆ, ਚੈੱਕ ਆ, ਜਿਸ ਤਰ੍ਹਾਂ ਵੀ, ਉਹਨੂੰ ਬਾਏ ਵਾਲੀ ਸਾਈਡ ਤੇ ਜਾਂ ਕ੍ਰੈਡਿਟ ਸਾਈਡ ਤੇ ਪਾ ਕੇ ਆਪਾਂ ਸ਼ੋ ਜਿਹੜਾ ਉਹ ਕਰ ਸਕਦੇ ਹਾਂ। ठीक है बच्चों, उस तो बाद आप पढ़न लगे हैं लिमिटेशनस ऑफ रिसिप्ट एंड पेमेंट अकाउंट। हम बच्चों जेडे किसी भी चीज़ का जेकर कोई फायदा वा तो कुछ नुकसान भी हो सकता है। हुण आपां हले ऊपर ही पढ़िया वा कि ये बेस ते बैलेंस शीट नहीं बन सकती, तो ये की हो गया था, एक लिमिटेशन होगी क्योंकि आप उस चीज़ तक जिहड़ा वो नहीं पहुँच सकते। सब तो पहली लिमिटेशन है इट डज नॉट शो इनकम एंड एक्सपेंडिचर। ये बिल्कुल एक लिमिटेशन ये भी होगी क्योंकि इन्हें सिर्फ तुहानूं की दसना वा, कैश का ओपनिंग बैलेंस दसना वा, क्लोजिंग बैलेंस दसना है, ना कि तुहानूं ये दसना वा कि तुहानूं साल के दौरान कितनी इनकम हुई कि कितना एक्सपेंडिचर तुसीं जिहड़ा वो कीता वा। क्योंकि पुत्त आपां सीधा ही जो भी रिसीव करते पे उन्होंने डैबिट साइड ते पाई जाने हैं, जो भी आपां पे करते पे या पेमेंट करते पे उन्होंने क्रेडिट साइड ते पाई जाने। कहंदा ना कोई भी इनकम ते एक्सपेंडिचर शो नहीं करते, करंट ईयर नाल रिलेटिड भी, प्रीवियस ईयर नाल रिलेटिड भी ते नैक्सट ईयर नाल रिलेटिड सैपरेटली। इट इज़ नॉट प्रिपेयर्ड ऑन एक्रूअल बेसिस। एक्रूअल का मतलब होता आउटस्टैंडिंग, क्योंकि आप नाम की है रिसिप्ट एंड पेमेंट अकाउंट का रियल। रियल का मतलब है टोटली कैश के नाल रिलेटिड। ਇਹਦਾ मतलब ਜਿਹੜੀ भी ट्रांजैक्शन आएगी वो कैश ਨਾਲ रिलेटिड होगी। ये नहीं मतलब है भी पिछले साल ਨਾਲ रिलेटिड आ, अगले साल या इस साल ਨਾਲ। जे आप इस साल रिसीव की इत्थे आ जाएगी, मगर ये सानू कोई मतलब नहीं किहड़े साल ना, मगर होनी काहदे चाहिए प्योरली कैश दे विच होनी चाहिए। एक्रूअल बेस ते आपां इहनूं लैके नहीं चलदे। इट डज नॉट टेल अस अबाउट द सरप्लस और डेफिसिट ऑफ अ करंट ईयर। वो जो आप ट्रेडिंग कंसर्नस करते हैं तो वो प्रॉफिट एंड लॉस करते हैं, मगर ये प्रॉफिट एंड लॉस तो कढ़ ही नहीं सकते क्योंकि आप प्रॉफिट तो कमाना ही नहीं। तो आप फिर किहड़ी चीज़ कढ़ते इत्थे सरप्लस ते डेफिसिट। आप अगे जाके पढ़ांगे। सरप्लस का मतलब हैगा जे मैनूं किसी बंदे ने 1 लाख रुपया दिता तो मैं वो 80,000 रुपया खर्च लिया तो मेरे को बाकी कितना बच गया सरप्लस पैसा 20,000। वो फरदर मैं किसी होर चीज़ वास्ते यूज़ जोड़ा वो करदा, उन्होंने कहते सरप्लस। तो डेफिसिट का मतलब मैंने किसी ने लाख रुपया दिता, मेरे को 1,20,000 मेरा खर्चा हो गया तो 20,000 रुपया मैं कितने शो करा, मेरे को है ही नहीं, तो मैं किस तरह कराँगा। तो उन्होंने मैं की कह सकता वहाँ, लॉस नहीं कह सकता, मैं कह सकता वहाँ डेफिशिएंसी जिहड़ा वो कह सकता। बैलेंस शीट कैन नॉट बी प्रिपेयर्ड ऑन इट्स बेसिस। बैलेंस शीट जिहड़ी है बेस से नहीं बन सकती क्योंकि बैलेंस शीट दे विच एसेट्स आनियां, लाइबिलिटीज़ आनियां है, प्रॉफिट आना है, लॉस आना है, सारिया चीज़ां जिहड़ियां तुहाडियां वो आनियां, मगर ये सानू जिहड़ा वा बैलेंस शीट के बेस पर आप नहीं बना सकते। हाँ पेमेंट साइड पर कोई एसेट खरीदी वो आ गई, मगर वो डेप्रीसीएशन कितनी लगी वो बारे सारी डिटेल सानू प्रॉफिट एंड लॉस तो पता लगती। तो इत्थे किच लगेगी इनकम एंड एक्सपेंडिचर, किन्ने खर्चे किते, कितना लॉस होया, वो सारिया चीज़ां जिहड़ियां वा तुहानू किच पता लगता वा इनकम एंड एक्सपेंडिचर च। मतलब कल्ला रिसिप्ट के बेस पर आपां बैलेंस शीट जिहड़ी आ वो नहीं बना सकते। फिर दिस अकाउंट इग्नोर्स फॉलोइंग थिंग्स, किहड़ियां डेप्रीसीएशन, क्योंकि डेप्रीसीएशन तो एप्रीसीएशन ये बहुत नॉन कैश आइटम्स ने, इस करके कि रिसिप्ट एंड पेमेंट अकाउंट जो सिर्फ कैश आइटम्स आनियां ने, नॉन कैश नहीं आनियां, इस करके आप इन्हों की कर दें इग्नोर कर दें। आप रिसिप्ट एंड पेमेंट अकाउंट जोड़ा वा आप अगे जाके पढ़ांगे, वो क्रैडिट साइड जी रिसिप्ट एंड पेमेंट अकाउंट की मान लो आ क्रैडिट साइड आ, क्रैडिट साइड के उत्ते आप मान लो कोई बिल्डिंग लिख दें, बाय बिल्डिंग लिख दें आप, तो बाय बिल्डिंग जी आ सकती है पेमेंट साइड के उत्ते। पेमेंट साइड के उत्ते जी ਤੁਹਾਡੀ बिल्डिंग जी आ सकती है, मगर जी डेप्रीसीएशन हैगी वो इत्थे नहीं आएगी। वो कितने आएगी ਤੁਹਾਡੀ ਜਾਂ तो जो ट्रेडिंग कंसर्नस हैगियां वा ਉਹਦੇ प्रॉफिट एंड लॉस आएगी, तो जेकर नॉन ट्रेडिंग हैगी तो ਉਹਦੇ कितने आएगी ਤੁਹਾਡੀ इनकम एंड एक्सपेंडिचर अकाउंट की डेबिट साइड पर। यदा मतलब पुत आप इग्नोर कर दें डेप्रीसीएशन क्योंकि डेप्रीसीएशन जी एक नॉन कैश आइटम है। फिर जेकर कोई स्टॉक वाधा या घटदा उन्होंने आप लैके इत्थे नहीं चलते, क्योंकि जो मान लो कोई आप ओपनिंग स्टॉक या क्लोजिंग स्टॉक की गल करते हैं, ओपनिंग स्टॉक तो क्लोजिंग स्टॉक जोड़ा वा वो ट्रेडिंग अकाउंट के नाल रिलेटिड है वा, मगर आप इत्थे की करते पे आप सिर्फ एक रिसिप्ट एंड पेमेंट अकाउंट बनाने पे हैं, आप ये कोई भी स्टॉक नूं लैके नहीं चलते। प्रोविजन फॉर आउटस्टैंडिंग एक्सपेंस प्रीपेड नहीं आने, क्योंकि आप प्योरली कैश की गल करते हैं, आउटस्टैंडिंग तो प्रीपेड नूं लैके आप
ਨਹੀਂ ਚੱਲਦੇ। ਕਹਿੰਦਾ ਫਿਰ ਕੈਪੀਟਲ ਤੇ ਰੈਵਨਿਊ ਦੇ ਵਿੱਚ ਡਿਸਟਿੰਗੁਇਸ਼ ਨਹੀਂ ਕਰਦੇ। ਹੁਣ ਆਪਾਂ ਉੱਪਰ ਪੜ੍ਹਿਆ ਵਾ ਕਿ ਇਹਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਭਾਵੇਂ ਉਹ ਚੀਜ਼ ਜਿਹੜੀ ਹੈ ਤੁਹਾਡੀ ਕੈਪੀਟਲ ਨੇਚਰ ਦੀ ਹੋਵੇ, ਭਾਵੇਂ ਉਹ ਰੈਵਨਿਊ ਨੇਚਰ ਦੀ ਹੋਵੇ, ਇਹਨੇ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰ ਲੈਣਾ। ਕੈਪੀਟਲ ਦਾ ਮਤਲਬ ਲੌਂਗ ਟਰਮ ਤੇ ਰੈਵਨਿਊ ਦਾ ਮਤਲਬ ਸ਼ਾਰਟ ਟਰਮ, ਉਹ ਸਾਰੀਆਂ ਚੀਜ਼ਾਂ ਰਿਕਾਰਡ ਕਰ ਲੈਂਦੇ ਆ। ਹੁਣ ਆਪਾਂ ਜਦੋਂ ਪ੍ਰੋਫਿਟ ਐਂਡ ਲੋਸ ਜਾਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਸਾਨੂੰ ਪਤਾ ਹੁੰਦਾ ਕਿ ਜਿਹੜੇ ਖਰਚੇ ਨੇ ਉਹ ਰੈਵਨਿਊ ਨੇਚਰ ਦੇ ਨੇ, ਉਹ ਪ੍ਰੋਫਿਟ ਐਂਡ ਲੋਸ 'ਚ ਆਉਣੇ, ਜਿਹੜੇ ਕੋਈ ਐਸੈਟਸ ਨੇ ਉਹ ਲੌਂਗ ਟਰਮ ਵਾਸਤੇ ਕੈਪੀਟਲ ਨੇਚਰ ਦੇ ਉਹਨੇ ਬੈਲੈਂਸ ਸ਼ੀਟ 'ਚ ਆਉਣਾ। ਮਗਰ ਕੈਸ਼ ਬੁੱਕ ਜਿਹੜੀ ਆ, ਰਿਸਿਪਟ ਐਂਡ ਪੇਮੈਂਟ ਅਕਾਊਂਟ ਜਿਹੜੀ ਆ, ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ। ਇੱਥੇ ਐਸੈਟਸ ਵੀ ਆ ਜਾਂਦੀਆਂ ਨੇ ਤੇ ਖਰਚੇ ਵੀ ਜਿਹੜੇ ਆ ਉਹ ਆ ਜਾਂਦੇ ਆ। ਮਗਰ ਪ੍ਰੋਫਿਟ ਐਂਡ ਲੋਸ ਜਾਂ ਇਨਕਮ ਐਂਡ ਐਕਸਪੈਂਡੀਚਰ 'ਚ ਖਰਚੇ ਤੇ ਇਨਕਮ ਆਉਂਦੀ ਆ ਤੇ ਬੈਲੈਂਸ ਸ਼ੀਟ ਦੇ ਵਿੱਚ ਐਸੈਟਸ ਤੇ ਲਾਇਬਿਲਿਟੀ। ਇੱਥੇ ਐਸੈਟਸ ਵੀ